सन 2015 ਚ ਜ਼ਿਲ੍ਹਾ ਫਰੀਦਕੋਟ ਚ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਸਨ। ਇਹਨਾਂ ਘਟਨਾਵਾਂ ਦੇ ਵਾਪਰਨ ਦੇ 6 ਸਾਲ ਬਾਅਦ ਵੀ ਅਸਲੀ ਦੋਸ਼ੀ ਸਾਹਮਣੇ ਨਹੀਂ ਆਏ, ਪਰ ਪੰਜਾਬ ਪੁਲਿਸ ਦੇ ਕਾਲੇ ਕਾਰਨਾਮਿਆਂ ਦੀ ਕਾਲੀ ਤਸਵੀਰ ਮ੍ਰਿਤਕ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੀ ਡਾਇਰੀ ਨਾਲ ਸਾਹਮਣੇ ਆਈ ਹੈ। 7 ਜੂਨ ਨੂੰ मैं पालमपुर अपनी नवी स्कूटी की कागजी कार्रवाई करवा वापस अपनी दुकान जो चचिया नगरी विखे है वापस आउंदे ने अपने बेटे नूं फोन कीता अते कहा कि मैं वापस फिर काम जाना है ते रोटी बनवा दे। जद मैं वापस अपनी दुकान तो तकरीबन अद्धा किलोमीटर पीछे पुल बन रहा है, उत्थे गड्डियां साइड तो होके लंघदियां हन। उस मोड़ ते 5-6 पुलिस मुलाजम अपनी इनोवा गड्डी विचाले खड़ी कर फटाफट मेरी गड्डी कोल आए ते मूरलियां दोवें बारियां खोलियां। मैं पुछया तुसी कौन हो, मैनू क्यों रोकिया? ਉਹ ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗੇ ਅਤੇ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਹਾਂ। ਇੱਕ ਅਫਸਰ ਨੇ ਆਪਣਾ ਨਾਂ ਲਖਵੀਰ ਸਿੰਘ CIA ਜਗਰਾਉਂ ਇੰਚਾਰਜ ਦੱਸਿਆ। ਕਹਿੰਦਾ ਅਸੀਂ ਤੈਨੂੰ ਗ੍ਰਿਫਤਾਰ ਕਰਨਾ ਹੈ ਅਤੇ ਪੰਜਾਬ ਲੈ ਕੇ ਜਾਣਾ ਹੈ। ਮੈਨੂੰ ਡਰਾਈਵਰ ਸੀਟ ਤੋਂ ਪਿੱਛੇ ਕਰ ਲਿਆ ਅਤੇ ਗੱਡੀ ਹਰਪ੍ਰੀਤ ASI ਚਲਾਉਣ ਲੱਗ ਪਿਆ। ਮੈਂ ਬਹੁਤ ਵਾਰ ਮਿੰਨਤਾਂ ਕੀਤੀਆਂ ਕਿ ਮੇਰੀ ਦੁਕਾਨ ਤੇ ਦੱਸ ਦਿਓ, ਮੇਰਾ ਪਰਿਵਾਰ ਅੱਜ ਹੀ ਪੰਜਾਬ ਤੋਂ ਆਇਆ ਹੈ, ਬਹੁਤ ਫਿਕਰ ਹੋ ਜਾਵੇਗਾ। ਕਹਿੰਦੇ ਅਸੀਂ ਆਪੇ ਦੱਸ ਦਿਆਂਗੇ। ਮੇਰੀ ਦੁਕਾਨ ਮੇਨ ਰੋਡ ਤੇ ਸੀ, ਬਿਲਕੁਲ ਅੱਗੇ ਦੀ ਗੱਡੀਆਂ ਲੰਘੀਆਂ ਪਰ ਰੋਕਿਆ ਨਹੀਂ। ਥੋੜੀ ਦੇਰ ਬਾਅਦ ਮੇਰੇ ਫੋਨ ਤੇ ਮੇਰੇ ਬੇਟੇ ਦਵਿੰਦਰ ਦਾ ਫੋਨ ਆਇਆ। ਉਸ ਵੇਲੇ ਮੈਨੂੰ ਦੂਜੀ ਗੱਡੀ ਵਿੱਚ ਸ਼ਿਫਟ ਕਰ ਦਿੱਤਾ ਸੀ, ਜਿਸ ਵਿੱਚ ਜੋ ਅੱਗੇ ਵਾਲੀ ਸੀਟ ਤੇ ਸਰਦਾਰ ਜੀ ਬੈਠੇ ਸਨ। ਮੇਰਾ ਫੋਨ ਉਸ ਵੇਲੇ ਉਹਨਾਂ ਕੋਲ ਸੀ। ਮੈਨੂੰ ਉਹਨਾਂ ਨੇ ਪੁੱਛਿਆ ਕਿ ਜੋ ਕਾਲ ਆ ਰਹੀ ਹੈ ਕਿਸ ਦਾ ਨੰਬਰ ਹੈ। ਮੈਂ ਕਿਹਾ ਮੇਰੇ ਬੇਟੇ ਦਾ ਹੈ, ਤੁਸੀਂ ਉਸ ਨੂੰ ਦੱਸ ਦਿਓ। ਉਸਨੇ ਫੋਨ ਹੋਲਡ ਕਰਕੇ ਕਹਿੰਦਾ ਕਿ ਇਹ ਫੋਨ ਪਾਲਮਪੁਰ ਡਿੱਗ ਪਿਆ ਸੀ, ਮੇਰੇ ਕੋਲ ਹੈ, ਤੁਸੀਂ ਪਾਲਮਪੁਰ ਤੋਂ ਆ ਕੇ ਲੈ ਜਾਓ। ਜਦੋਂ ਪਾਲਮਪੁਰ ਪਹੁੰਚੋਗੇ ਤਾਂ ਘੰਟੀ ਕਰ ਲੈਣਾ। ਇਹਨਾਂ ਕਹਿ ਕੇ ਫੋਨ ਸਵਿਚ ਆਫ ਕਰ ਦਿੱਤਾ ਗਿਆ। ਸਰਦਾਰ ਜੀ ਅਫਸਰ ਸਨ। ਕਹਿੰਦੇ ਬਿੱਟੂ ਮੈਨੂੰ ਪਛਾਣਿਆ? ਮੈਂ ਕਿਹਾ ਨਹੀਂ ਪਤਾ ਲੱਗਿਆ ਜੀ, ਤੁਸੀਂ ਦੱਸ ਦਿਓ। ਕਹਿੰਦਾ ਮੈਂ ਇੰਸਪੈਕਟਰ ਦਲਬੀਰ ਸਿੰਘ ਜੋ ਪਹਿਲਾਂ ਬਾਜਾਖਾਨਾ SHO ਹੁੰਦਾ ਸੀ ਜਦੋਂ ਗੁਰਦੇਵ ਸਿੰਘ ਦੀ ਮੌਤ ਹੋਈ ਸੀ। ਤੁਸੀਂ ਧਰਨਾ ਲਾਇਆ ਸੀ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਨ ਲੱਗ ਪਿਆ। ਹਰਪ੍ਰੀਤ ASI ਅਤੇ ਦਲਬੀਰ ਸਿੰਘ ਦੋਵਾਂ ਕਿਹਾ ਅਸੀਂ ਤੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕੇਸ ਵਿੱਚ ਲੈ ਕੇ ਚੱਲੇ ਹਾਂ। ਜੇ ਇਸ ਤਰ੍ਹਾਂ ਹੀ ਮੰਨ ਜਾਵੇਂ ਤਾਂ ਚੰਗਾ ਹੈ, ਨਹੀਂ ਤਾਂ ਪਹੁੰਚਣ ਸਾਰ ਤੇਰਾ ਜੋ ਹੋਣਾ ਹੈ ਉਹ ਤੇਰੇ ਸਾਹਮਣੇ ਆ ਜਾਵੇਗਾ। ਦੋਵਾਂ ਨੇ ਬਹੁਤ ਮਾਨਸਿਕ ਪੀੜਾ ਦਿੱਤੀ ਕਿ ਕਬੂਲ ਕਰ ਲੈ, ਤੈਨੂੰ ਮੰਨਣਾ ਹੀ ਪੈਣਾ ਹੈ, ਸਾਡੇ ਕੋਲ ਬਹੁਤ ਸਬੂਤ ਹਨ ਤੇਰੇ ਖਿਲਾਫ। ਮੈਂ ਉਹਨਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਮੰਨਦਾ ਹਾਂ। ਮੈਂ ਆਪਣੀ ਦੁਕਾਨ ਤੇ ਮਹੂਰਤ ਵੇਲੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ ਅਤੇ ਮੇਰੀ ਸ਼ਾਦੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ ਹੈ। ਮੈਂ ਬਹੁਤ ਹੀ ਆਸਥਾ ਰੱਖਦਾ, ਮੈਂ ਕਦੇ ਅਜਿਹਾ ਸੋਚ ਵੀ ਨਹੀਂ ਸਕਦਾ। ਅਗਰ ਮੈਂ ਚੋਰ ਹੁੰਦਾ ਤਾਂ ਮੇਨ ਰੋਡ ਤੇ ਦੁਕਾਨ ਨਹੀਂ ਕਰਦਾ ਸੀ ਅਤੇ ਆਪਣਾ ਨਾਂ ਨਾ ਲਿਖਵਾਉਂਦਾ। ਰਾਸਤੇ ਵਿੱਚ ਇੱਕ ਥਾਂ ਗੱਡੀ ਰੋਕੀ ਅਤੇ ਮੈਂ ਕਿਹਾ ਸਵੇਰ ਦੀ ਰੋਟੀ ਨਹੀਂ ਖਾਧੀ, ਮੈਂ ਬਿਮਾਰ ਬੰਦਾ ਹਾਂ, ਮੈਨੂੰ ਥੋੜੀ ਰੋਟੀ ਵਗੈਰਾ ਕੁਝ ਖਵਾ ਦਿਓ। ਇਸ ਗੱਲ ਤੇ ਹਰਪ੍ਰੀਤ ASI ਨੇ ਗਲਤ ਕਮੈਂਟ ਕੀਤਾ। ਕਹਿੰਦਾ ਜਗਰਾਉਂ ਚੱਲ ਕੇ ਤੈਨੂੰ ਇਹੋ ਜੀ ਰੋਟੀ ਖਵਾਵਾਂਗੇ ਕਿ ਯਾਦ ਰੱਖੇਗਾ। ਲਗਭਗ 6 ਵਜੇ ਸ਼ਾਮ ਨੂੰ ਜਗਰਾਉਂ CIA 7 ਤਰੀਕ 6ਵਾਂ ਮਹੀਨਾ 2018 ਨੂੰ ਪਹੁੰਚੇ ਅਤੇ ਪਹੁੰਚਣਸਾਰ ਦਫ਼ਤਰ ਵਿੱਚ ਲੈ ਗਏ, ਜਿੱਥੇ ਅੱਗੇ DSP ਸੁਲੱਖਣ ਸਿੰਘ ਅਤੇ SP D ਦਿਓਲ ਸਾਹਿਬ ਬੈਠੇ ਸਨ। ਮੈਨੂੰ SP ਸੋਹਲ ਨੇ ਕਾਫੀ ਗਾਲੀ ਗਲੋਚ ਕੀਤਾ ਅਤੇ ਕਹਿੰਦਾ ਮੰਨ ਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਚੁੱਕਿਆ, ਨਹੀਂ ਤਾਂ ਇੱਥੋਂ ਤੈਨੂੰ ਜਿਉਂਦਾ ਕੋਈ ਲਿਜਾ ਨਹੀਂ ਸਕਦਾ। ਮੈਨੂੰ ਕਹਿੰਦਾ ਤੈਨੂੰ ਪਾਲਮਪੁਰ ਤੋਂ ਲਿਆਂਦਾ ਹੈ। ਮੈਂ ਕਿਹਾ ਹਾਂ ਜੀ। ਕਹਿੰਦਾ ਤੇਰੇ ਘਰ ਪਤਾ ਹੈ? ਮੈਂ ਕਿਹਾ ਨਹੀਂ। ਕਹਿੰਦਾ ਕਿਸੇ ਥਾਣੇ 'ਚ ਹਿਮਾਚਲ ਵਿੱਚ ਐਂਟਰੀ ਪਈ ਨਹੀਂ। ਕਹਿੰਦਾ ਇਹ ਸਾਡੀ SIT ਦੀ ਤਾਕਤ, ਆਪਣਾ ਵਿਚਾਰ ਕਰ ਲੈ, ਤੇਰੇ ਕੋਲ 5-10 ਮਿੰਟ ਹਨ, ਨਹੀਂ ਤਾਂ ਫਿਰ ਜੋ ਹੋਵੇਗਾ ਤੈਨੂੰ ਜ਼ਿੰਦਗੀ 'ਚ ਕੁਝ ਕਰਨ ਜੋਗਾ ਨਹੀਂ ਛੱਡਾਂਗੇ। ਤੂੰ ਸਾਨੂੰ ਪੰਜਾਬ ਪੁਲਿਸ ਨੂੰ ਬਹੁਤ ਤੰਗ ਕੀਤਾ ਹੈ ਧਰਨੇ ਲਗਾ ਕੇ, ਹੁਣ ਦੇਖਾਂਗੇ ਤੇਰੇ ਮਗਰ ਕੌਣ ਆਉਂਦਾ ਹੈ। ਹੁਣ ਡੇਰੇ ਵਾਲਿਆਂ ਨੂੰ ਕਹੀ ਤੇਰੇ ਮਗਰ ਧਰਨਾ ਲਾਉਣ। ਬਹੁਤ ਗਾਲਾਂ ਕੱਢੀਆਂ, ਬੁਲਾ ਆਪਣੇ ਧਰਨਾਕਾਰੀਆਂ ਨੂੰ। 10 ਮਿੰਟ ਬਾਅਦ ਪੁਲਿਸ ਮੁਲਾਜ਼ਮ ਅੰਦਰ ਬੁਲਾ ਲਏ, ਜਿਨ੍ਹਾਂ ਦੇ ਆਉਣ ਤੇ DSP ਸੁਲੱਖਣ ਸਿੰਘ ਕਹਿੰਦਾ ਸਾਰੇ ਕੱਪੜੇ ਉਤਾਰ ਦੇ। ਮੈਂ ਪੈਂਟ ਅਤੇ ਸ਼ਰਟ ਉਤਾਰੀ। ਕਹਿੰਦਾ ਅੰਡਰਵੀਅਰ ਅਤੇ ਬਨੈਣ ਵੀ ਉਤਾਰ ਦੇ। ਬਿਲਕੁਲ ਨੰਗਾ ਕਰ ਲਿਆ। ਮੁਲਾਜ਼ਮ ਨੇ ਮੈਨੂੰ ਥੱਲੇ ਬਿਠਾ ਦਿੱਤਾ ਅਤੇ ਵਾਲਾਂ ਤੋਂ ਫੜ ਲਿਆ। ਮੁਲਾਜ਼ਮ ਨੇ ਢੂਹੀ 'ਚ ਗੋਡਾ ਲਾਇਆ ਅਤੇ 2 ਮੁਲਾਜ਼ਮ ਲੱਤਾਂ ਚੌੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਜ਼ਿਆਦਾ ਚੌੜੀਆਂ ਕੀਤੀਆਂ। ਬਹੁਤ ਤਕਲੀਫ ਹੋ ਰਹੀ ਸੀ। DSP ਸੁਲੱਖਣ ਸਿੰਘ ਡਾਂਗ ਪੱਟਾਂ ਤੇ ਮਾਰਦਾ ਤੇ ਕਦੇ SP ਸੋਹਲ ਡਾਂਗ ਪੈਰਾਂ ਤੇ ਮਾਰਦਾ। ਕਹਿੰਦੇ ਲਾਉਣੇ ਅਪਸ਼ਬਦ ਧਰਨੇ, ਲੈਣਾ ਪੁਲਿਸ ਨਾਲ ਪੰਗਾ। ਇਸ ਤਰ੍ਹਾਂ ਕਿਤੇ ਛੱਡ ਦਿੰਦੇ ਅਤੇ ਥੋੜੀ ਦੇਰ ਬਾਅਦ ਕੁੱਟਣ ਲੱਗ ਜਾਂਦੇ। ਕਦੀ ਉਸ ਤਰ੍ਹਾਂ ਅਲਫ ਨੰਗੇ ਨੂੰ ਕਹਿੰਦੇ ਇਸ ਨੂੰ ਬਾਹਰ ਤੋਰ ਕੇ ਲਿਆਓ। ਤੁਰਨਾ ਮੁਸ਼ਕਿਲ ਹੋ ਗਿਆ ਸੀ। ਅਗਰ ਨਹੀਂ ਤੁਰਦਾ ਸੀ ਤਾਂ ਬਾਹਰ ਮੁਲਾਜ਼ਮ ਚੱਪਲਾਂ ਨਾਲ ਕੁੱਟਦੇ। 11 ਵਜੇ ਰਾਤ ਤੱਕ ਇਹ ਕੁਝ ਮੇਰੇ ਨਾਲ ਹੁੰਦਾ ਰਿਹਾ। ਉਸ ਤੋਂ ਬਾਅਦ ਮੈਨੂੰ ਦਰਦ ਵਾਲੀਆਂ ਗੋਲੀਆਂ ਦੇ ਕੇ ਕਹਿ ਦਿੱਤਾ ਸੋ ਜਾ ਤੇ ਸੋਚ ਲੈ, ਇਹ ਜ਼ੁਰਮ ਤੈਨੂੰ ਮੰਨਣਾ ਪੈਣਾ ਹੈ, ਚਾਹੇ ਕਿੰਨੇ ਦਿਨ ਲੱਗ ਜਾਣ। 8 ਤਰੀਕ 6ਵਾਂ ਮਹੀਨਾ 2018 ਨੂੰ ਸੂਬਾ
ਇਕਬਾਲ ਸਿੰਘ ASI ਜਿਸ ਕਮਰੇ ਵਿੱਚ ਮੈਨੂੰ ਪਾਇਆ ਸੀ ਉੱਥੇ ਆਇਆ ਅਤੇ ਕਹਿੰਦਾ, ਬਿੱਟੂ ਕਿੰਨੇ ਦਿਨ ਕੁੱਟ ਖਾਏਗਾ, ਕਬੂਲ ਕਰ ਲੈ, ਚੰਗਾ ਰਹੇਗਾ। ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਕੀਤਾ ਅਤੇ ਜ਼ੁਲਮ ਕਬੂਲ ਲਈ ਮਜਬੂਰ ਕਰਦਾ ਰਿਹਾ। ਤਕਰੀਬਨ 10 ਵਜੇ ਸੂਬਾ 8 ਤਰੀਕ 6ਵਾਂ ਮਹੀਨਾ 2018 ਮੁੜ DSP ਅਤੇ SP ਸਾਹਿਬ ਦਲਬੀਰ ਸਿੰਘ 3 ਅਫਸਰ ਨੇ ਮੈਨੂੰ ਅੰਦਰ ਬੁਲਾ ਲਿਆ ਅਤੇ ਫਿਰ ਉਸੇ ਹਾਲਾਤ 'ਚ ਕੁੱਟਣਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ ਇਹੋ ਕੁਝ ਕਰੰਟ ਲਾਉਣਾ ਗੁਪਤ ਅੰਗ ਤੇ ਅਤੇ ਕੰਨਾਂ ਤੇ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਕਹਿੰਦੇ, ਤੈਨੂੰ DIG ਸਾਹਿਬ ਨੂੰ ਮਿਲਾ ਦਿੰਨੇ ਆ, ਤੂੰ ਉਹਨਾਂ ਨੂੰ ਦੱਸ ਦੇ ਅਤੇ ਤੇਰੇ ਤੇ ਪਰਚਾ ਨਹੀਂ ਪਾਉਣਗੇ। ਤਾਂ ਮੈਂ ਹਾਂ ਕਰ ਦਿੱਤੀ। ਰਸਤੇ ਵਿੱਚ ਮੈਂ ਸੋਚਿਆ ਕੀ ਕਰਾਂਗਾ। ਫਿਰ ਗੁਰਦੇਵ ਸਿੰਘ ਪ੍ਰੇਮੀ ਦੀ ਮੌਤ ਯਾਦ ਆਈ। ਮੌਤ ਤੋਂ ਬਾਅਦ ਉਸਦੇ ਘਰਵਾਲੀ ਨੂੰ DIG ਤੰਗ ਕਰਦਾ ਸੀ ਅਤੇ ਇੱਕ ਪਿੰਡ ਦਾ ਮੁੰਡਾ ਡਿਫਾਲਟਰ ਉਸ ਨੂੰ ਪਹਿਲਾਂ ਵੀ ਪੁਲਿਸ ਨੇ ਚੁੱਕਿਆ ਸੀ। DIG ਦੇ ਘਰ ਮੈਂ ਗੁਰਦੇਵ ਅਤੇ ਸੁਖਜਿੰਦਰ ਦਾ ਨਾਂ ਲੈ ਦਿੱਤਾ। DIG ਮੈਨੂੰ ਕਹਿੰਦਾ, ਜਿਉਂਦੇ ਬੰਦੇ ਦਾ ਨਾਂ ਲੈ ਜਿਹੜੇ ਤੇਰੇ ਨਾਲ ਰਹਿੰਦੇ ਹਨ, ਉਹ ਬੰਦੇ ਦੱਸ ਅਤੇ ਮੈਨੂੰ ਕਮਰੇ ਚੋਂ ਬਾਹਰ ਜਾਣ ਲਈ ਕਿਹਾ। ਮੈਂ ਬਾਹਰ ਆ ਗਿਆ ਅਤੇ ਥੋੜੀ ਦੇਰ ਬਾਅਦ DSP ਬਾਹਰ ਆ ਗਿਆ ਅਤੇ ਮੈਨੂੰ ਕਹਿੰਦਾ, ਗੱਡੀ ਵਿੱਚ ਬੈਠ। ਸਾਰੇ ਅਫਸਰ ਬੈਠ ਗਏ ਅਤੇ ਮੈਨੂੰ ਪਿੱਛੇ ਬਿਠਾ ਲਿਆ ਅਤੇ ਕੋਠੀ ਚੋਂ ਬਾਹਰ ਆਉਂਦੇ ਹੀ ਦਲਬੀਰ ਅਤੇ ਹਰਪ੍ਰੀਤ ਸਿੰਘ ਨੇ ਮੇਰੇ ਪਿੱਛੇ ਬੈਠਦੇ ਕੂਣੀ ਲਫੜਾ ਨਾਲ ਬਹੁਤ ਮਾਰਿਆ ਅਤੇ CIA ਸਟਾਫ ਜਗਰਾਉਂ ਲੈ ਆਏ। ਪਹੁੰਚਣ ਸਾਰ ਫਿਰ ਅੰਦਰ ਬੁਲਾ ਲਿਆ ਅਤੇ ਅੰਦਰ ਮੈਨੂੰ ਗੋਪਾਲ ਪ੍ਰੇਮੀ ਦਾ ਨਾਂ ਪਾ ਕੇ ਇੱਕ ਬਿਆਨ ਪੜਾਇਆ। ਬਲਜੀਤ ਸਿੰਘ ਦਾਦੂਵਾਲ ਨਾਲ ਝਗੜੇ ਬਾਰੇ ਅਤੇ ਮੇਰੇ ਬਾਰੇ ਹੋਰ ਵੀ ਅਨਾਪ ਸ਼ਨਾਪ ਲਿਖਿਆ ਹੋਇਆ ਸੀ। ਮੈਨੂੰ SP ਸੋਹਲ ਅਤੇ DSP ਸੁਲੱਖਣ ਸਿੰਘ ਬਿਆਨ ਪੜਾ ਕੇ ਕਹਿੰਦੇ, ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਚੁੱਕਿਆ ਤਾਂ ਉਹ 2 ਬੰਦੇ ਦੱਸ ਜਿਹੜੇ ਤੇਰੇ ਨਾਲ ਰਹਿੰਦੇ ਸੀ ਅਤੇ ਦਾਦੂ ਨਾਲ ਝਗੜਾ ਕਰਨ ਨੂੰ ਤਿਆਰ ਸੀ। ਮੈਂ ਚੁੱਪ ਰਿਹਾ। ਅਜਿਹਾ ਕੁਝ ਨਹੀਂ ਹੈ। ਉਹਨਾਂ ਨੇ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ। ਦਲਬੀਰ ਸਿੰਘ ਇੰਸਪੈਕਟਰ ਨੇ ਜ਼ਬਰਦਸਤ ਸ਼ਾਰਟ ਕਰੰਟ ਮੈਨੂੰ ਲਾਏ ਜੋ ਮੈਥੋਂ ਬਰਦਾਸ਼ਤ ਨਹੀਂ ਹੋਏ ਅਤੇ 2 ਪ੍ਰੇਮੀਆਂ ਦੇ ਨਾਂ ਲੈ ਦਿੱਤੇ, ਸੁਖਜਿੰਦਰ ਸਿੰਘ ਸਨੀ ਅਤੇ ਨੀਲਾ। ਮੈਨੂੰ ਉਸ ਤੋਂ ਬਾਅਦ ਅਲਫ ਨੰਗੇ ਨੂੰ CIA ਸਟਾਫ ਦੇ ਵਿਹੜੇ ਵਿੱਚ ਗੇੜੇ ਕਢਾਏ ਅਤੇ ਕਿਹਾ, ਜਿੱਥੇ ਰੁਕੇ ਉੱਥੇ ਚੱਪਲਾਂ ਨਾਲ ਕੁੱਟੋ। ਮੈਥੋਂ ਚੱਲਿਆ ਨਹੀਂ ਸੀ ਜਾਂਦਾ। ਉਹ ਸਿਪਾਹੀ ਚੱਪਲਾਂ ਨਾਲ ਕੁੱਟਦੇ ਰਹੇ। 9 ਤਰੀਕ 6ਵਾਂ ਮਹੀਨਾ 2018 ਨੂੰ ਸੂਬਾ ਸਨੀ ਤੇ ਨੀਲਾ ਨੂੰ ਲਿਆਂਦਾ, ਲੇਕਿਨ ਮੈਨੂੰ ਨਹੀਂ ਮਿਲਿਆ। ਮੈਨੂੰ ਅੱਡ ਕਮਰੇ ਵਿੱਚ ਇਹਨਾਂ ਦੀਆਂ ਚੀਕਾਂ ਸੁਣਦੀਆਂ ਹਨ। ਤਕਰੀਬਨ 11 ਵਜੇ ਮੇਰੇ ਕੋਲ ਜਗਦੀਸ਼ ਨਾਲ ਇੰਸਪੈਕਟਰ ਜੋ CIA ਇੰਚਾਰਜ ਮਾਨਸਾ ਹੈ, ਉਹ ਮੈਨੂੰ ਜਾਣਦਾ ਸੀ ਅਤੇ DIG ਖਟੜਾ ਦਾ ਰੀਡਰ ਸੀ। ਗੁਰਦੇਵ ਸਿੰਘ ਦੀ ਮੌਤ ਦੇ ਸਮੇਂ ਉਹ ਮੈਥੋਂ ਪੁੱਛਗਿੱਛ ਕਰਨ ਲੱਗਾ। ਕਹਿੰਦਾ, ਬਿੱਟੂ ਸਹੀ ਗੱਲ ਦੱਸ, ਤੁਸੀਂ ਇਹ ਕੰਮ ਕੀਤਾ ਵੀ ਹੈ ਜਾਂ ਸਿਰਫ ਜੁੱਤੀਆਂ ਦੇ ਡਰ ਤੋਂ ਮੰਨੀ ਜਾਂਦੇ ਹੋ? ਮੈਨੂੰ ਜਗਦੀਸ਼ ਨਾਲ DIG ਸਾਹਿਬ ਨੇ ਕਿਹਾ, ਬਈ ਤੂੰ ਪੁੱਛ ਸਹੀ ਗੱਲ। ਮੈਂ ਮਹਿੰਦਰਪਾਲ ਬਿੱਟੂ ਦੱਸਿਆ, ਸਾਹਿਬ ਮੈਂ ਆਪਣੇ ਪਰਿਵਾਰ ਦੀ ਕਸਮ ਖਾ ਕੇ ਕਹਿਣਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਸਾਡੇ ਨਾਲ ਬਹੁਤ ਨਾਜਾਇਜ਼ ਹੋ ਰਹੀ ਹੈ। ਮੈਂ ਬਿਲਕੁਲ ਵੀ ਅਜਿਹਾ ਸੋਚ ਵੀ ਨਹੀਂ ਸਕਦਾ। ਐਨੇ ਨੂੰ ਉੱਥੇ ਹਰਪ੍ਰੀਤ ASI ਆ ਕੇ ਕੋਲ ਬੈਠ ਗਏ। ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਜਗਦੀਸ਼ ਲਾਲ ਕਹਿੰਦਾ, ਇਸ ਗੱਲ ਵਿੱਚੋਂ ਵੀ ਕੁਝ ਨਹੀਂ ਨਿਕਲਣਾ, ਅੱਗੇ ਵਾਂਗੂ ਹੋਣੀ ਹੈ। ਬੰਦੇ ਤਾਂ ਮੇਰੀ ਰਡਾਰ ਨਿਗਾਹ ਵਿੱਚ ਸਨ। ਸਾਨੂੰ ਉੱਪਰੋਂ ਹਰੀ ਝੰਡੀ ਨਹੀਂ ਮਿਲੀ। ASI ਹਰਪ੍ਰੀਤ ਨੇ ਉਹਦੀ ਹਾਂ ਵਿੱਚ ਹਾਂ ਮਿਲਾਈ। ਦੋਵੇਂ ਗੱਲਾਂ ਕਰਦੇ ਕਮਰੇ ਚੋਂ ਬਾਹਰ ਨਿਕਲ ਗਏ। ਥੋੜੀ ਦੇਰ ਬਾਅਦ ਇੰਸਪੈਕਟਰ ਦਲਬੀਰ ਸਿੰਘ 3 ਹੋਰ ਮੁਲਾਜ਼ਮ ਲੈ ਕੇ ਮੇਰੇ ਕੋਲ ਆ ਗਿਆ। ਕਹਿੰਦਾ, ਹੁਣ ਮੁੱਕਰ ਰਿਹਾ, ਮੁੱਕਰ ਜਾ। ਉਹ ਮੁਲਾਜ਼ਮ ਨੂੰ ਕਹਿੰਦਾ, ਇਹਦੇ ਹੱਥ ਪਿੱਛੇ ਬੰਨ ਦਿਓ ਅਤੇ ਇੱਕ ਦੇ ਕੋਲ ਡੰਡਾ ਸੀ ਅਤੇ 2 ਕੋਲ ਚੱਪਲਾਂ। ਉਹ ਕਹਿੰਦਾ, ਚੱਪਲਾਂ ਨਾਲ ਇਹਦਾ ਸਿਰ ਕੁੱਟਣਾ ਸ਼ੁਰੂ ਕਰ ਦਿਓ, ਡੰਡੇ ਨਾਲ ਲੱਤਾਂ। ਇਸ ਤੋਂ ਕੁਝ ਨਹੀਂ ਪੁੱਛਣਾ, ਉਦੋਂ ਤੱਕ ਕੁੱਟੋ ਜਦੋਂ ਤੱਕ ਇਹ ਆਪ ਨਾ ਕਹੇ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੁੱਕਿਆ। ਬਹੁਤ ਜ਼ੋਰ-ਜ਼ੋਰ ਨਾਲ ਮੇਰਾ ਸਿਰ ਅਤੇ ਲੱਤਾਂ ਕੁੱਟਣ ਲੱਗੇ। ਮੇਰੇ ਸਰ ਦਾ ਮਾਸ ਉੱਠ ਖੜਾ ਸੀ। ਦਲਬੀਰ ਸਿੰਘ ਨੇ ਇੱਕ ਥਾਣੇਦਾਰ ਨੂੰ ਬੁਲਾਇਆ ਤੇ ਕਿਹਾ ਕਿ ਪੈਟਰੋਲ ਤੇ ਸਰਿੰਜ ਲਿਆਓ। ਉਹ ਲੈ ਕੇ ਆ ਗਿਆ। ਉਹ ਉੱਚਾ ਲੰਮਾ ਭਾਰੀ ਜਿਹਾ ਸਰਦਾਰ ਸੀ। ਦਲਬੀਰ ਨੇ ਮੇਰੇ ਕੱਪੜੇ ਉਤਾਰਨ ਲਈ ਕਿਹਾ ਅਤੇ ਸਰਿੰਜ ਪੈਟਰੋਲ ਦੀ ਭਰ ਕੇ ਮੇਰੇ ਗੁਪਤੰਗਾਂ ਅੱਗੇ ਤੇ ਪਿੱਛੇ ਦੋਵਾਂ ਥਾਵਾਂ ਤੇ ਪਾਉਣ ਲੱਗ ਪਿਆ, ਜਿਸ ਨਾਲ ਮੈਂ ਤੜਫਣ ਲੱਗ ਪਿਆ ਤੇ ਉਹ ਉੱਤੋਂ ਚੱਪਲਾਂ ਮਾਰ ਰਹੇ ਸਨ। ਮੈਂ ਮਾਫੀ ਮੰਗੀ ਅਤੇ ਕਿਹਾ, ਹੁਣ ਨਹੀਂ ਮੁਕਰਾਂਗਾ। ਫੇਰ ਮੈਨੂੰ ਕੁੱਟਣੋਂ ਹਟੇ ਅਤੇ ਮੇਰੇ ਕੱਪੜੇ ਪਵਾ ਦਿੱਤੇ। ਥੋੜੀ ਦੇਰ ਬਾਅਦ ਉਹ ਸਰਦਾਰ ਜੀ ਥਾਣੇਦਾਰ ਆਇਆ। ਉਸਨੇ ਮੈਨੂੰ ਕੁੱਟਣਾ ਸ਼ੁਰੂ ਕਰਦਿਆਂ ਕਹਿੰਦਾ, ਤੂੰ ਸਾਡੇ ਧਰਮ ਦੀ ਬੇਅਦਬੀ ਕੀਤੀ ਹੈ, ਮੈਂ ਤੈਨੂੰ ਜਾਨੋਂ ਮਾਰ ਦਿਆਂਗਾ, ਚਾਹੇ ਮੈਨੂੰ ਸਜ਼ਾ ਹੋ ਜਾਵੇ, ਕੋਈ ਫਿਕਰ ਨਹੀਂ ਹੈ। ਉਹ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਬਾਹਰੋਂ ਪੈਟਰੋਲ ਦੀ ਬੋਤਲ ਭਰ ਲਿਆਇਆ। ਉਹ ਕਹਿੰਦਾ, ਤੈਨੂੰ ਭੁੱਲੇ ਨਿਹੰਗ ਵਾਂਗ ਜਿੰਦਾ ਸਾੜਨਾ ਹੈ। ਉਸਨੇ ਉਹ ਸਾਰਾ ਪੈਟਰੋਲ ਮੇਰੇ ਉੱਤੇ ਪਾ ਦਿੱਤਾ ਅਤੇ ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਥਾਣੇਦਾਰ ਮਾਚਿਸ ਭਾਲਣ ਲੱਗਿਆ। ਮੇਰੀਆਂ ਚੀਕਾਂ ਸੁਣ ਕੇ ਬਾਹਰ 2-3 ਮੁਲਾਜ਼ਮ ਆਏ ਅਤੇ ਉਹਨਾਂ ਉਸ ਨੂੰ ਫੜ ਕੇ ਰੋਕਿਆ ਅਤੇ ਫਿਰ ਮੈਨੂੰ ਬਾਅਦ ਵਿੱਚ ਨਹਾਇਆ ਗਿਆ। 10 ਤਰੀਕ 6ਵਾਂ ਮਹੀਨਾ 2018 ਨੂੰ 2 ਵਾਰ ਬਹੁਤ ਕੁੱਟਿਆ ਗਿਆ ਅਤੇ ਜਦੋਂ 10-12 ਪ੍ਰੇਮੀ ਹੋਰ ਫੜ ਕੇ ਲਿਆਂਦੇ ਗਏ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਟੌਰਚਰ ਕੀਤਾ। 11 ਤਰੀਕ 6ਵਾਂ ਮਹੀਨਾ 2018 ਅਤੇ 12 ਨੂੰ
2 ਦਿਨ ਇਹੀ ਸਿਲਸਿਲਾ ਚੱਲਦਾ ਰਿਹਾ। 13 ਤਰੀਕ 6ਵਾਂ ਮਹੀਨਾ 2018 ਨੂੰ ਮੈਨੂੰ ਅੰਦਰ ਬੁਲਾਇਆ, ਜਿੱਥੇ DIG ਰਣਬੀਰ ਸਿੰਘ ਖੱਟੜਾ ਅਤੇ SP ਸੋਹਲ, SSP ਸੁਖਜਿੰਦਰ ਸਿੰਘ ਮਾਨ, DSP ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ, ਲਖਵੀਰ ਸਿੰਘ CIA ਇੰਚਾਰਜ ਜਗਰਾਉਂ ਅਤੇ ਹੋਰ ਵੀ ਅਫਸਰ ਬੈਠੇ ਸਨ। ਮੈਨੂੰ ਕਹਿੰਦੇ ਜਿਹੜੇ ਬੰਦੇ ਫੜੇ ਹਨ ਉਹ ਸਾਰਾ ਕੁਝ ਮੰਨ ਗਏ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਕੀ ਪੰਨੇ ਕਿੱਥੇ ਹਨ? ਮੈਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ, ਜਿਹੜੇ ਮੰਨ ਗਏ ਉਹਨਾਂ ਤੋਂ ਪੂਰੇ ਕਰਵਾ ਲਵੋ। ਇਹ ਸੁਣ ਕੇ DIG ਖੱਟੜਾ ਕਹਿੰਦਾ ਅਜੇ ਤੁਹਾਡੇ ਪੁਲਿਸ ਤੋਂ ਇਹਦੀ ਪੂਰੀ ਧੁਲਾਈ ਕੁੱਟਮਾਰ ਨਹੀਂ ਹੋਈ। SP ਸੋਹਲ ਕਹਿੰਦਾ ਸਾਰੇ ਕੱਪੜੇ ਉਤਾਰ ਦੇ। ਮੈਂ ਉਤਾਰ ਦਿੱਤੇ। ਪਹਿਲਾਂ ਹੀ ਮੇਰੀ ਬਹੁਤ ਬੁਰੀ ਹਾਲਤ ਸੀ, ਫਿਰ ਉਹਨਾਂ ਮੁਲਾਜ਼ਮ ਬੁਲਾ ਲਏ ਤੇ ਮੇਰੇ ਹੱਥ ਬੰਨ੍ਹ ਦਿੱਤੇ, ਮੇਰੀਆਂ ਲੱਤਾਂ ਖਿੱਚੀਆਂ, ਜ਼ਬਰਦਸਤ ਕਰੰਟ ਲਾਇਆ, ਮੇਰੀ ਜੀਭ 'ਚ ਦੰਦ ਖੁੱਭ ਗਏ, ਮੇਰੀ ਬਹੁਤ ਬੁਰੀ ਹਾਲਤ ਕਰ ਦਿੱਤੀ। DIG ਕਹਿੰਦਾ ਇਸ ਨੂੰ ਹੁਣ ਬਾਹਰ ਕੱਢ ਦਿਓ। ਮੈਨੂੰ ਅਲਫ ਨੰਗੇ ਨੂੰ ਹੱਥ ਪਿੱਛੇ ਬੰਨ੍ਹ ਕੇ ਬਾਹਰ ਗੇੜੇ ਕਢਾਏ ਅਤੇ ਵਾਪਸ ਕਮਰੇ ਵਿੱਚ ਛੱਡ ਦਿੱਤਾ। ਉਸ ਤੋਂ ਬਾਅਦ SSP ਸਤਿੰਦਰ ਸਿੰਘ ਖੰਨਾ ਵੀ ਆਏ ਹੋਏ ਸਨ। ਉਹ ਮੈਨੂੰ ਇੱਕ ਕਮਰੇ ਵਿੱਚ ਇਕੱਲੇ ਲੈ ਗਏ ਅਤੇ ਮੇਰੇ ਨਾਲ ਗੱਲਾਂ ਕਰਨ ਲੱਗੇ। ਕਹਿੰਦੇ ਤੂੰ ਝੂਠੀ ਕਸਮ ਨਹੀਂ ਖਾਂਦਾ, ਤੂੰ ਆਪਣੇ ਬੱਚਿਆਂ ਦੀ ਕਸਮ ਖਾ ਕੇ ਦੱਸ ਕਿ ਤੂੰ ਇਹ ਕੰਮ ਕੀਤਾ ਹੈ ਜਾਂ ਕੁੱਟ ਤੋਂ ਡਰਦਾ ਮੰਨੀ ਜਾਂਦਾ ਹੈ। ਮੈਂ ਕਿਹਾ ਆਪਣੇ 3 ਬੱਚਿਆਂ ਦੀ ਕਸਮ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦਾ ਹਾਂ ਅਤੇ ਅਜਿਹਾ ਸੋਚ ਵੀ ਨਹੀਂ ਸਕਦਾ, ਮੈਂ ਇਹ ਕੰਮ ਨਹੀਂ ਕੀਤਾ। ਇੰਨਾ ਸੁਣ ਕੇ ਉਹ ਮੇਰੇ ਕੋਲ ਉੱਠ ਕੇ ਚਲੇ ਗਏ। ਥੋੜੀ ਦੇਰ ਬਾਅਦ ਮੇਰੇ ਕੋਲ ਇੰਸਪੈਕਟਰ ਦਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ASI ਆਏ। ਉਹ ਕਹਿੰਦੇ ਕਿੰਨਾ ਚਿਰ ਮੁਕਰੇਂਗਾ? ਪੰਜਾਬ ਵਿੱਚ ਪ੍ਰੇਮੀਆਂ ਤੇ 150 ਕੇਸ ਹਨ ਅਤੇ ਤੈਨੂੰ ਅਸੀਂ ਜਿੰਨਾ ਚਿਰ ਚਾਹੀਏ ਰਿਮਾਂਡ ਉੱਤੇ ਰੱਖ ਸਕਦੇ ਹਾਂ। ਤੇਰੇ ਬੱਚਿਆਂ ਨਾਲ ਕੀ ਹਾਲ ਹੋਏਗਾ ਉਹ ਤੂੰ ਸੋਚ ਵੀ ਨਹੀਂ ਸਕਦਾ। ਤੇਰੀ ਬੇਟੀ ਨੂੰ ਵੀ ਪਰਚੇ 'ਚ ਪਾਵਾਂਗੇ। ਉਹਨਾਂ ਮੈਨੂੰ ਮੈਂਟਲੀ ਤੌਰ ਤੇ ਬਹੁਤ ਟੌਰਚਰ ਕੀਤਾ ਅਤੇ ਬਾਅਦ ਵਿੱਚ ਅੰਦਰ ਸੱਦ ਲਿਆ। DIG ਅਤੇ SP ਕਹਿਣ ਲੱਗੇ ਇਸ ਦੀ ਉਹ ਹਾਲਤ ਕਰੋ, ਇਸ ਤੋਂ ਕੁਝ ਪੁੱਛਣਾ ਨਹੀਂ ਅਤੇ ਇੰਨਾ ਕੁੱਟੋ ਕਿ ਆਪੇ ਦੱਸੇ। ਫਿਰ ਉਹਨਾਂ ਮੇਰੇ ਗੁਪਤੰਗਾ ਤੇ ਕਰੰਟ ਲਾਇਆ, ਉੱਪਰੋਂ ਚੱਪਲਾਂ ਮਾਰੀਆਂ। ਇੰਸਪੈਕਟਰ ਲਖਬੀਰ ਸਿੰਘ ਨੇ ਮੇਰੀਆਂ ਲੱਤਾਂ ਤੇ ਡਾਂਗਾ ਮਾਰੀਆਂ, ਜਿਸ ਨਾਲ ਲੱਤਾਂ ਜ਼ਖਮੀ ਹੋ ਗਈਆਂ। ਪੀੜ ਨਾ ਸਹਾਰਦੇ ਹੋਏ ਮੈਂ ਕਹਿ ਦਿੱਤਾ ਕਿ ਮੈਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਕੀ ਅੰਗ ਨਹਿਰ ਵਿੱਚ ਸੁੱਟ ਦਿੱਤੇ ਹਨ। ਸਾਰੇ ਅਫਸਰ ਹੱਸਣ ਲੱਗ ਪਏ ਤੇ ਕਹਿੰਦੇ ਅਜੇ ਵੀ ਝੂਠ ਬੋਲਦਾ ਹੈ। ਉਹ ਕਹਿੰਦੇ ਕਿ ਅੰਗ ਤੇਰੇ ਕੋਲ ਹਨ ਜਾਂ ਕਿਤੇ ਹੋਰ ਸੁੱਟੇ ਹਨ। ਫਿਰ ਉਹ ਕਹਿੰਦਾ ਇਸ ਨੂੰ ਬਾਹਰ ਬਿਠਾ ਦਿਓ। ਜਦੋਂ ਮੈਨੂੰ ਨਿਸ਼ਾਨਦੇਹੀ ਵਾਸਤੇ ਨਹਿਰਾਂ ਤੇ ਲੈ ਕੇ ਜਾ ਰਹੇ ਸਨ ਤਾਂ ਰਾਸਤੇ 'ਚ ਗੱਡੀਆਂ ਰੋਕ ਲਈਆਂ ਅਤੇ DIG ਸਾਹਿਬ ਮੇਰੀ ਗੱਡੀ ਕੋਲ ਆ ਗਏ ਅਤੇ ਸਾਰਿਆਂ ਨੂੰ ਪਾਸੇ ਕਰ ਦਿੱਤਾ। ਉਹ ਕਹਿੰਦਾ ਮੈਨੂੰ ਐਵੇਂ ਨਾ ਨਹਿਰ ਤੇ ਲੈ ਕੇ ਜਾ, ਉਹਨਾਂ ਨੇ ਮੈਨੂੰ ਮੇਰੇ ਇਸ਼ਟ ਦੀ ਕਸਮ ਖਾਣ ਨੂੰ ਕਹਿ ਦਿੱਤਾ। ਮੈਂ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਥੇ ਨਹੀਂ ਸੁੱਟਿਆ। ਫਿਰ ਉਹਨਾਂ ਨੇ ਗੱਡੀਆਂ ਮੋਗੇ CIA ਸਟਾਫ ਵੱਲ ਮੋੜ ਲੀਆਂ ਅਤੇ ਮੈਨੂੰ ਮੋਗੇ ਲੈ ਆਏ। ਉੱਥੇ ਮੋਗਾ SSP ਰਾਜਜੀਤ ਸਿੰਘ ਹੁੰਦਲ ਮੌਜੂਦ ਸੀ। ਉਸਨੇ ਡਾਂਗ ਫੜ ਲਈ ਤੇ ਮੇਰੇ 9 ਤੱਕ ਤੋੜ ਦਿੱਤੇ। ਮੈਂ ਬਹੁਤ ਮਿੰਨਤਾਂ ਕੀਤੀਆਂ ਕਿ ਮੇਰੇ ਬਹੁਤ ਕੁੱਟ ਪੈ ਚੁੱਕੀ ਹੈ, ਮੈਂ ਬਿਮਾਰ ਆਦਮੀ ਹਾਂ, ਮੈਨੂੰ ਨਾ ਇੰਨਾ ਤੁਸੀਂ ਕੁੱਟੋ, ਤੁਸੀਂ ਮੇਰੇ ਗੋਡੇ ਤਾਂ ਨਾ ਤੋੜੋ, ਇਹ ਡੁਪਲੀਕੇਟ ਹਨ, ਖਰਾਬ ਹੋ ਜਾਣਗੇ। ਉਹ ਕਹਿੰਦੇ ਤੈਨੂੰ ਜਿਉਂਦਾ ਹੀ ਨਹੀਂ ਛੱਡਣਾ, ਤੂੰ ਪੁਲਿਸ ਨੂੰ ਬਹੁਤ ਤੰਗ ਕੀਤਾ ਹੈ ਤੇ ਤੂੰ ਗੋਡਾ ਬਚਾ ਕੇ ਕੀ ਕਰਨਾ ਹੈ। SP ਸੋਹਲ ਤੇ SSP ਮੋਗਾ ਨੇ ਬਹੁਤ ਮੈਂਟਲੀ ਟੌਰਚਰ ਕੀਤਾ। SSP ਫਰੀਦਕੋਟ ਨੂੰ ਫੋਨ ਕਰ ਦਿੱਤਾ ਕਿ ਇਸ ਦੀ ਬੇਟੀ ਅਤੇ 9 ਪੁੱਤਰ ਅਤੇ ਇਸ ਦੀ ਘਰਵਾਲੀ ਸਾਰਿਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਲਵੋ, ਜਦੋਂ ਅਸੀਂ ਕਹਾਂਗੇ ਉਦੋਂ ਇੱਥੇ ਲਿਆਉਣਾ ਹੈ। ਮੈਨੂੰ ਕਹਿੰਦੇ ਤੇਰੇ ਸਾਹਮਣੇ ਤੇਰੀ ਬੇਟੀ, ਮੈਂ ਉਹ ਲਫ਼ਜ਼ ਲਿਖ ਨਹੀਂ ਸਕਦਾ। ਇਹਨਾਂ 2 ਦਿਨ 14-15 ਤਰੀਕ ਨੂੰ ਇੰਨਾ ਮੈਂਟਲੀ ਪਰੇਸ਼ਾਨ ਕੀਤਾ ਕਿ ਮੈਂ ਹਾਰ ਗਿਆ ਅਤੇ ਉਹ ਜਿੱਤ ਗਏ। ਉਹ ਜੋ ਵੀ ਕਹਿੰਦੇ ਮੈਂ ਹਾਂ ਕਰਨ ਲੱਗ ਪਿਆ। 16, 17, 18 3 ਦਿਨ ਸਾਡੇ ਬਿਆਨ ਨਹੀਂ ਸੀ ਰਲਦੇ। ਫਿਰ ਇਕਬਾਲ ਸਿੰਘ SI ਅਤੇ ਸੁਲੱਖਣ DSP ਦੋਵਾਂ ਦਾ ਇਹੋ ਕੰਮ ਹੋ ਗਿਆ ਕਿ ਅਲੱਗ-ਅਲੱਗ ਬੰਦਿਆਂ ਕੋਲ ਬੈਠ ਕੇ ਆਪ ਦੱਸ ਕੇ ਮੈਨੂੰ ਵੀ ਗੱਲਾਂ ਦਸੀਆਂ ਅਤੇ ਪ੍ਰੈਸ਼ਰ ਪਾਇਆ ਕਿ ਡੇਰੇ ਵਾਲੇ ਬੰਦਿਆਂ ਦਾ ਨਾਂ ਲੈ ਤੇਰੀ ਬਚਤ ਕਰ ਦਿਆਂਗੇ। ਇੱਕ ਦਿਨ 90 ਸਾਲ ਦੇ ਬਜ਼ੁਰਗ ਇੰਸਪੈਕਟਰ ਨੂੰ ਨਾਲ ਲੈ ਕੇ DIG ਸਾਹਿਬ ਆਏ ਅਤੇ ਸਾਰੇ ਅਫਸਰ ਕਮਰੇ ਵਿੱਚੋਂ ਬਾਹਰ ਕੱਢ ਦਿੱਤੇ ਤੇ ਆਪ ਵੀ ਬਾਹਰ ਚਲੇ ਗਏ। ਉਹ DIG ਕਹਿੰਦਾ ਇਹ ਮੇਰੇ ਉਸਤਾਦ 90 ਸਾਲ ਦੇ ਬਜ਼ੁਰਗ ਨੇ, ਇਹਨਾਂ ਨੂੰ ਸਾਰੀ ਗੱਲ ਸੱਚ ਦੱਸ ਦੇ। ਮੈਨੂੰ ਬਹੁਤ ਬੁਖਾਰ ਸੀ ਅਤੇ ਬੈਠਾ ਵੀ ਨਹੀਂ ਸੀ ਜਾਂਦਾ। ਉਸ ਬਜ਼ੁਰਗ ਨੇ ਮੈਨੂੰ 6 ਘੰਟੇ ਮੈਂਟਲੀ ਟੌਰਚਰ ਕੀਤਾ। ਉਹ ਕਹਿੰਦਾ ਇਹ ਪਰਚਾ ਤਾਂ ਤੇਰੇ ਤੇ ਹੋ ਗਿਆ, ਤੇਰੀ ਬੇਟੀ ਤੇ ਵੀ ਹੋਏਗਾ ਅਤੇ ਬਾਕੀ ਤੇਰੇ ਪਰਿਵਾਰ ਨੂੰ ਕੱਟੜਪੰਥੀ ਮਾਰ ਦੇਣਗੇ। ਉਸਨੇ ਬਹੁਤ ਟੌਰਚਰ ਕੀਤਾ। ਉਹ ਇੱਕੋ ਗੱਲ ਕਹੇ ਕਿ ਦੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਥੇ ਸੁੱਟਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਾਂ, ਇਹਨਾਂ ਤੋਂ ਆਪਣੀ ਜਾਨ ਕਿਵੇਂ ਬਚਾਵਾਂ। ਉਹਨਾਂ ਦੀ ਜੋ ਪਲਾਨ ਸੀ ਉਹ ਮੇਰੇ ਸਮਝ ਨਹੀਂ ਆਇਆ। ਮੈਂ ਕਹਿ ਦਿੱਤਾ ਕਿ ਮੈਂ ਸੰਸਕਾਰ ਕਰ ਦਿੱਤਾ। ਇਹ ਸੁਣ ਕੇ ਬਜ਼ੁਰਗ ਚਲਾ ਗਿਆ ਅਤੇ ਮੇਰੀ ਫਿਰ ਕੁੱਟਮਾਰ ਹੋਈ। ਅਗਲੇ ਦਿਨ ਬਜ਼ੁਰਗ ਫਿਰ ਆਇਆ ਤੇ ਉਸਨੇ ਫਿਰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਫਿਰ ਅਫਸਰ ਕਹਿਣ ਲੱਗੇ ਇਸਨੇ ਕਿਸੇ ਗੰਦੀ ਥਾਂ ਤੇ ਸੁੱਟਿਆ ਹੈ, ਜਿਹੜਾ ਸਹੀ ਨਹੀਂ ਦੱਸਦਾ। ਤਾਂ ਮੈਂ ਉਹਦੀ ਗੱਲ ਸੁਣ ਕੇ ਕਹਿ ਦਿੱਤਾ ਕਿ ਮੈਂ ਸੀਵਰੇਜ ਵਾਲੇ ਗੰਦੇ ਨਾਲੇ ਕੋਟਕਪੂਰੇ ਦੇਵੀ ਵਾਲਾ ਰੋਡ ਤੇ ਸੁੱਟ ਦਿੱਤਾ ਸੀ ਅਤੇ ਜਿਲਦ ਆਪਣੀ ਦੁਕਾਨ ਤੇ ਲਗਾ ਕੇ ਸਾੜ ਦਿੱਤੀ ਸੀ। ਉਸ ਟਾਈਮ ਤਾਂ ਉਹ ਉਸ ਗੱਲ ਨੂੰ ਮੰਨ ਗਏ। ਉਹ ਕਹਿੰਦੇ ਹੁਣ ਸਹੀ ਜਗ੍ਹਾ ਤੇ ਆਇਆ ਅਤੇ ਸਵੇਰੇ 5 ਵਜੇ ਮੈਨੂੰ ਉਸ ਜਗ੍ਹਾ ਤੇ ਲੈ ਗਏ। ਉਹਨਾਂ ਨੇ ਓਨੀ ਜਗ੍ਹਾ ਹੀ ਜਮਾਦਾਰ ਤੋਂ ਖਾਲੀ ਕਰਵਾ ਲਈ। ਉੱਥੇ ਡੀਆਈਜੀ ਸਮੇਤ ਸਾਰੇ ਅਫਸਰ ਖੜੇ ਮੈਨੂੰ ਗਾਲਾਂ ਕੱਢਣ ਲੱਗੇ। ਉਹ ਕਹਿੰਦੇ ਦੱਸ ਤੂੰ ਕਿੱਥੇ ਸੁੱਟਿਆ ਸੀ। ਡੀਆਈਜੀ ਅਤੇ ਐਸਪੀ ਸੋਹਲ ਕਹਿੰਦਾ ਕਿ ਬਿੱਟੂ ਨੂੰ ਇਸ ਨਾਲੇ ਵਿੱਚ ਹੀ ਲੰਘਾਓ, ਸੀਵਰੇਜ ਵਾਲੇ ਗੰਦ ਵਿੱਚੋਂ ਹੀ ਲੰਘਾਓ। ਸੀਵਰੇਜ ਵਾਲੇ ਗੰਦ ਵਿੱਚ ਪੁਲੀ ਹੇਠਾਂ ਦੀ ਮੇਰੇ ਹੱਥਕੜੀ ਲੱਗੀ ਹੋਈ ਸੀ ਤੇ ਇੱਕ ਸਿਪਾਹੀ ਮੈਨੂੰ ਖਿੱਚ ਰਿਹਾ ਸੀ ਅਤੇ ਮੇਰੀਆਂ ਫੋਟੋਆਂ ਵੀ ਖਿੱਚੀਆਂ। ਨਾਲੇ ਵਿੱਚੋਂ ਦੀ ਲੰਘਣ ਨਾਲ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਤੇ ਫਿਰ ਵਾਪਸ ਮੈਨੂੰ ਲਿਆਂਦਾ ਅਤੇ ਨਹਾਉਣ ਲਈ ਕਿਹਾ। ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਹਰਪ੍ਰੀਤ ਏਐਸਆਈ ਮੇਰੇ ਕੋਲ ਆਇਆ ਅਤੇ ਮੈਨੂੰ ਡਰਾਉਣ ਲੱਗਾ। ਉਸਨੇ ਬਹੁਤ ਗੱਲਾਂ ਕੀਤੀਆਂ, ਕੁਝ ਮੇਰੇ ਯਾਦ ਨਹੀਂ ਹਨ। ਉਹ ਮੈਨੂੰ ਕਹਿੰਦਾ ਕਿ ਤੂੰ ਅਜੇ ਕੁਝ ਵੀ ਨਹੀਂ ਦੇਖਿਆ ਕਿ ਪੁਲਿਸ ਕਿੱਥੋਂ ਤੱਕ ਜਾ ਸਕਦੀ ਹੈ। ਕੋਈ ਜ਼ਰੂਰੀ ਨਹੀਂ ਅਸੀਂ ਤੈਨੂੰ ਔਨ ਰਿਕਾਰਡ ਰਿਮਾਂਡ ਤੇ ਹੀ ਰੱਖਣਾ ਹੈ। ਅਸੀਂ ਆਪਣੇ 2 ਸਿਪਾਹੀ ਸਸਪੈਂਡ ਕਰ ਦਿਆਂਗੇ ਅਤੇ ਤੈਨੂੰ ਕੰਧ ਟੱਪਿਆਂ ਸ਼ੋਅ ਕਰ ਦਿਆਂਗੇ। ਕਿਸੇ ਮੋਟਰ ਤੇ ਬਾਹਰ ਖੇਤ 'ਚ ਲੈ ਜਾਵਾਂਗੇ ਤੇ ਭਾਵੇਂ 15 ਦਿਨ ਉੱਥੇ ਰੱਖੀਏ। ਬਾਹਰੋਂ ਭਈਏ ਬਿਹਾਰੀ ਸੱਦ ਕੇ ਤੇਰੇ ਨਾਲ ਗਲਤ ਕੰਮ ਕਰਵਾਵਾਂਗੇ, ਤੈਨੂੰ ਬਾਅਦ ਵਿੱਚ ਮਾਰ ਦਿਆਂਗੇ। ਹੁਣ ਤੇਰੇ ਕੋਲ ਇੱਕ ਹੀ ਰਸਤਾ ਹੈ ਕਿ ਜਿਵੇਂ ਪੁਲਿਸ ਕਹਿੰਦੀ ਹੈ ਉਵੇਂ ਕਰ। ਪੁਲਿਸ ਹੀ ਤੇਰੀ ਜਾਨ ਬਖਸ਼ ਸਕਦੀ ਹੈ। ਸੁਲੱਖਣ ਸਿੰਘ ਡੀਐਸਪੀ ਆ ਗਿਆ ਅਤੇ ਦੋਵੇਂ ਅਫਸਰ ਮੈਨੂੰ ਕਹਿੰਦੇ ਕਿ ਤੈਨੂੰ ਡੀਆਈਜੀ ਨੂੰ ਮਿਲਾਉਣਾ ਹੈ, ਤੂੰ ਕੋਰਟ ਵਿੱਚ ਕਬੂਲਨਾਮਾ ਕਰ ਲੈ, ਤੇਰੀ ਸਜ਼ਾ ਕਟਵਾ ਦੇਣਗੇ ਅਤੇ ਤੂੰ ਪੁਲਿਸ ਤੇ ਤਸ਼ੱਦਦ ਤੋਂ ਵੀ ਬਚ ਜਾਏਗਾ ਅਤੇ ਹੋਰ ਪਰਚੇ ਤੇਰੇ ਤੇ ਨਹੀਂ ਪਾਵਾਂਗੇ। ਮੈਨੂੰ ਡੀਆਈਜੀ ਨੂੰ 18 ਤਰੀਕ 6ਵਾਂ ਮਹੀਨਾ 2018 ਨੂੰ ਮਿਲਾਇਆ ਗਿਆ। ਡੀਆਈਜੀ ਕਹਿੰਦੇ ਜੇ ਤੂੰ ਕਬੂਲਨਾਮਾ ਕਰ ਲਵੇਂਗਾ ਤਾਂ ਤੇਰੇ ਤੇ ਹੋਰ ਪਰਚਾ ਪੰਜਾਬ ਵਿੱਚ ਨਹੀਂ ਪਾਵਾਂਗੇ। ਐਸਪੀ ਸੋਹਲ ਕਹਿੰਦਾ ਜੇ ਨਾ ਕਰੇਗਾ ਜਾਂ ਬਿਆਨ ਬਦਲੇਗਾ ਜਾਂ ਹਾਈ ਕੋਰਟ ਜਾਵੇਂਗਾ ਤਾਂ 100 ਪਰਚਾ ਹੈ, 6 ਮਹੀਨੇ ਥਾਣਿਆਂ ਵਿੱਚ ਹੀ ਰਿਮਾਂਡ ਤੇ ਰੱਖਾਂਗੇ। ਮੈਂ ਕਹਿ ਦਿੱਤਾ ਕਿ ਮੈਂ ਕਬੂਲਨਾਮਾ ਕਰ ਲਵਾਂਗਾ। ਫਿਰ ਡੀਐਸਪੀ ਸੁਲੱਖਣ ਨੇ ਮੈਨੂੰ ਕਾਗਜ਼ ਪੈਨ ਦਿੱਤਾ ਅਤੇ ਐਪਲੀਕੇਸ਼ਨ ਸੁਪਰੀਡੈਂਟ ਦੇ ਨਾਂ ਲਿਖਾਈ, ਜਿਸ ਵਿੱਚ ਲਿਖਿਆ ਗਿਆ ਕਿ ਮੈਂ ਆਪਣੇ ਜ਼ੁਰਮ ਦਾ ਕਬੂਲਨਾਮਾ ਕਰਨਾ ਚਾਹੁੰਦਾ ਹਾਂ, ਮੈਨੂੰ ਕਿਰਪਾ ਕਰਕੇ ਕੋਰਟ ਭੇਜਿਆ ਜਾਵੇ। ਮੈਨੂੰ ਸਮਝਾ ਦਿੱਤਾ ਕਿ ਜਦੋਂ ਤੈਨੂੰ ਜੇਲ੍ਹ ਵਿੱਚ ਛੱਡਾਂਗੇ ਤਾਂ ਉਦੋਂ ਤੂੰ ਸੁਪਰੀਡੈਂਟ ਸਾਹਿਬ ਨੂੰ ਇਹੀ ਐਪਲੀਕੇਸ਼ਨ ਦੇ ਦੇਈਂ। ਨਾਲ ਹੀ ਡੀਐਸਪੀ ਸੁਲੱਖਣ ਅਤੇ ਹਰਪ੍ਰੀਤ ਏਐਸਆਈ ਨੇ ਮੈਨੂੰ ਕਿਹਾ ਕਿ ਡੀਆਈਜੀ ਸਾਹਿਬ ਦੇ ਜੇਲ੍ਹ ਮੰਤਰੀ ਰੰਧਾਵਾ ਸਾਹਿਬ ਭਰਾ ਬਣੇ ਹੋਏ ਹਨ। ਜੇ ਤੂੰ ਸਹਿਯੋਗ ਕਰਕੇ ਚੱਲੇਗਾ ਤਾਂ ਤੈਨੂੰ ਧਰਮਸ਼ਾਲਾ ਜੇਲ੍ਹ ਵਿੱਚ ਸ਼ਿਫਟ ਕਰਵਾ ਦਿਆਂਗੇ। ਜੇ ਤੂੰ ਕੋਈ ਗਲਤੀ ਕੀਤੀ ਤਾਂ ਤੈਨੂੰ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਭੇਜਾਂਗੇ। ਡੀਆਈਜੀ ਦੀ ਇੰਨੀ ਚੱਲਦੀ ਹੈ ਕਿ ਰੰਧਾਵਾ ਸਾਹਿਬ ਕਰਕੇ ਹਾਈ ਸਿਕਿਉਰਿਟੀ ਜੇਲ੍ਹ ਭੇਜਿਆ ਜਾਏਗਾ, ਜਿੱਥੇ ਵੱਡੇ ਵੱਡੇ ਅੱਤਵਾਦੀ ਬੈਠੇ ਹਨ ਜਿਹੜੇ ਤੈਨੂੰ ਮਾਰ ਦੇਣਗੇ। ਹੁਣ ਤੂੰ ਆਪ ਸੋਚ, ਜੇ ਸੀਆਈਏ ਸਟਾਫ ਵਿੱਚ ਤੇਰੇ ਤੇ ਇੱਕ ਥਾਣੇਦਾਰ ਪੈਟਰੋਲ ਪਾ ਸਕਦਾ ਹੈ ਤਾਂ ਜੇਲ੍ਹ ਵਿੱਚ ਤੇਰਾ ਕੀ ਹਾਲ ਹੋਏਗਾ। ਡੀਐਸਪੀ ਸੁਲੱਖਣ ਨੇ ਮਾਝੀ ਦੇ ਦੀਵਾਨ ਬਾਰੇ ਅਤੇ ਦਾਦੂ ਨੂੰ ਮਾਰਨ ਬਾਰੇ 2 ਬਿਆਨ ਆਪਣੀ ਮਰਜ਼ੀ ਨਾਲ ਲਿਖਵਾਏ ਅਤੇ 3 ਖਾਲੀ ਕਾਗਜ਼ਾਂ ਤੇ ਮੇਰੇ ਦਸਤਖਤ ਕਰਵਾਏ ਗਏ ਅਤੇ ਕਿਹਾ ਗਿਆ ਕਿ ਕਿਸੇ ਵੀ ਗੱਲ ਤੋਂ ਮੁੱਕਰਿਆ ਤਾਂ ਤੇਰੇ ਦਸਤਖਤ ਤੇਰੇ ਪਰਿਵਾਰ ਲਈ ਮੌਤ ਤੋਂ ਘੱਟ ਨਹੀਂ ਹੋਣਗੇ। 19 ਤਰੀਕ ਨੂੰ ਜਦੋਂ ਸਾਡਾ ਰਿਮਾਂਡ ਖਤਮ ਹੋਇਆ, ਯਾਨੀ 12 ਵਜੇ ਲੋਕਲ ਮੋਗਾ ਹੁੰਦੇ ਹੋਏ ਵੀ ਸਾਨੂੰ ਵੀਸੀ ਰਾਹੀਂ ਪੇਸ਼ ਕੀਤਾ ਗਿਆ। ਪੇਸ਼ ਕਰਨ ਤੋਂ ਬਾਅਦ ਸਾਡੇ ਆਰਡਰ ਜੇਲ੍ਹ ਭੇਜਣ ਦੇ ਹੋਏ, ਪਰ ਫਿਰ ਵੀ ਸਾਨੂੰ ਸੀਆਈਏ ਮੋਗਾ ਲਿਆਂਦਾ ਗਿਆ। ਵੀਸੀ ਮਹਿਣਾ ਥਾਣਾ ਮੋਗਾ ਵਿਖੇ ਹੋਈ ਸੀ ਅਤੇ ਦਲਵੀਰ ਸਿੰਘ ਇੰਸਪੈਕਟਰ ਨੇ ਮੈਨੂੰ ਬੁਲਾਇਆ। ਉਹ ਕਹਿੰਦਾ ਕਿ ਤੂੰ ਇਸੇ ਤਰ੍ਹਾਂ ਇਹਨਾਂ ਬਿਆਨਾਂ ਤੇ ਕਾਇਮ ਰਹੀਂ ਕਿਉਂਕਿ ਮੇਰੇ ਡੀਐਸਪੀ ਦਾ ਸਟਾਰ ਲੱਗਣਾ ਹੈ। ਜੇ ਤੂੰ ਸੀਬੀਆਈ ਕੋਲ ਜਾਂ ਕੋਰਟ ਵਿੱਚ ਬਦਲਿਆ ਤਾਂ ਆਪਣਾ ਹਾਲ ਵੇਖ ਲਵੀਂ ਕੀ ਹੁੰਦਾ ਹੈ। ਤੂੰ ਪੁਲਿਸ ਦੇ ਹੱਥ ਵੇਖ ਚੁੱਕਿਆ ਹੈ। ਇਸ ਤੋਂ ਬਾਅਦ 6 ਵਜੇ ਸ਼ਾਮ ਨੂੰ ਸਾਨੂੰ ਫਰੀਦਕੋਟ ਜੇਲ੍ਹ ਵਿੱਚ ਲੈ ਗਏ, ਜਿੱਥੇ ਪਹੁੰਚ ਕੇ 9 ਬੰਦਿਆਂ ਨੂੰ ਅੰਦਰ ਭੇਜ ਦਿੱਤਾ ਤੇ ਮੈਨੂੰ ਇਕੱਲੇ ਨੂੰ ਉੱਥੇ ਬਿਠਾ ਦਿੱਤਾ ਕਿਉਂਕਿ ਮੇਰੀ ਜੇਬ ਵਿੱਚ ਐਪਲੀਕੇਸ਼ਨ ਸੀ। ਮੈਨੂੰ ਡੀਐਸਪੀ ਵੱਲੋਂ ਕਿਹਾ ਗਿਆ ਸੀ ਕਿ ਜਾਨਸਾਰ ਸੁਪਰੀਡੈਂਟ ਨੂੰ ਐਪਲੀਕੇਸ਼ਨ ਦੇਣੀ ਹੈ। ਮੈਨੂੰ ਮੁਲਾਜ਼ਮਾਂ ਨੇ ਪਾਸੇ ਬਿਠਾ ਦਿੱਤਾ। ਜੇਲ੍ਹ ਸੁਪਰੀਡੈਂਟ ਕੋਲ ਐਸਪੀਡੀ ਮੋਗਾ ਜਾ ਕੇ ਬੈਠ ਗਏ ਅਤੇ ਮੈਨੂੰ ਥੋੜੀ ਦੇਰ ਬਾਅਦ ਅੰਦਰ ਬੁਲਾਇਆ ਗਿਆ ਅਤੇ ਐਸਪੀਡੀ ਨੇ ਇਸ਼ਾਰਾ ਕੀਤਾ ਤੇ ਮੈਂ ਐਪਲੀਕੇਸ਼ਨ ਕੱਢ ਕੇ ਸੁਪਰੀਡੈਂਟ ਸਾਹਿਬ ਨੂੰ ਦਿੱਤੀ। ਸੁਪਰੀਡੈਂਟ ਸਾਹਿਬ ਐਪਲੀਕੇਸ਼ਨ ਪੜ੍ਹ ਕੇ ਮੈਨੂੰ ਕਹਿੰਦੇ ਕਿ ਤੈਨੂੰ ਸਵੇਰੇ ਭੇਜ ਦਿਆਂਗੇ ਅਤੇ ਉਸ ਰਾਤ ਨੂੰ ਮੈਨੂੰ ਇਕੱਲੇ ਅੱਡ ਚੱਕੀਆਂ ਵਿੱਚ ਰੱਖਿਆ ਗਿਆ। 9 ਬੰਦੇ ਅੱਡ ਰੱਖੇ ਗਏ। ਸਾਨੂੰ ਆਪਸ ਵਿੱਚ ਮਿਲਣ ਨਹੀਂ ਦਿੱਤਾ ਗਿਆ। ਸਵੇਰੇ 20 ਤਰੀਕ 6ਵਾਂ ਮਹੀਨਾ 2018 ਨੂੰ ਤਕਰੀਬਨ 9 ਵਜੇ ਮੇਰੇ ਕੋਲ ਜੇਲ੍ਹ ਮੁਲਾਜ਼ਮ ਆਏ ਤੇ ਕਹਿੰਦੇ ਕਿ ਡਿਊਟੀ ਚੱਲੋ, ਤੁਹਾਨੂੰ ਬੁਲਾਇਆ ਹੈ। ਮੈਂ ਉਸ ਵੇਲੇ ਕਾਫੀ ਪਰੇਸ਼ਾਨ ਸੀ, ਦਰਦ ਨਾਲ ਵਿਲਕ ਰਿਹਾ ਸੀ। ਉੱਠ ਕੇ ਉਹਨਾਂ ਦੇ ਨਾਲ ਆਇਆ। ਅੱਗੇ ਉਹ ਮੈਨੂੰ ਡਿਪਟੀ ਸੁਪਰੀਡੈਂਟ ਦੇ ਕਮਰੇ ਵਿੱਚ ਲੈ ਗਏ, ਜਿੱਥੇ ਪਹਿਲਾਂ ਤੋਂ ਏਐਸਆਈ ਹਰਪ੍ਰੀਤ ਬੈਠਾ ਸੀ।
ਦਫ਼ਤਰ ਵਿੱਚ ਹੋਰ ਕੋਈ ਨਹੀਂ ਸੀ। ਹਰਪ੍ਰੀਤ ਨੇ 2 ਕੱਪ ਚਾਹ ਮੰਗਵਾਈ ਤੇ ਮੈਨੂੰ ਵੀ ਪਿਆਈ ਅਤੇ ਕਹਿੰਦਾ ਕਿ ਮੈਂ ਰਾਤ ਫਰੀਦਕੋਟ ਹੀ ਹਾਂ, ਤੇਰੇ ਪਿੱਛੇ ਮੈਂ ਘਰ ਵੀ ਨਹੀਂ ਗਿਆ। ਫਿਰ ਉਹ ਮੈਨੂੰ ਡਰਾਉਣ ਲੱਗਾ ਕਿ ਕੋਰਟ ਵਿੱਚ ਕੋਈ ਗਲਤੀ ਨਾ ਕਰ ਬੈਠੀ, ਤੈਨੂੰ ਸਾਡੀ SIT ਦੀ ਪਹੁੰਚ ਦਾ ਪਤਾ ਤਾਂ ਲੱਗ ਹੀ ਗਿਆ। ਜੇ ਕੋਈ ਗਲਤੀ ਕੀਤੀ ਤਾਂ ਫਿਰ ਤੂੰ ਸੋਚ ਨਹੀਂ ਸਕਦਾ ਕਿ ਤੇਰੇ ਤੇ ਕਿੰਨੇ ਪਰਚੇ ਪੈਣਗੇ। ਉਸ ਤੋਂ ਬਾਅਦ ਮੈਨੂੰ ਹੱਥਕੜੀ ਲਾ ਕੇ ਬਾਹਰ ਲਿਆਂਦਾ ਗਿਆ। ਮੈਂ ਦੇਖਿਆ ਫਰੀਦਕੋਟ ਦੀ ਗਰਦ ਦੇ ਨਾਲ ਮੋਗਾ ਪੁਲਿਸ ਵੀ ਸ਼ਾਮਲ ਸੀ। ਮੈਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਨਾਲ ਹਰਪ੍ਰੀਤ ਬੈਠ ਗਿਆ। ਉਹ ਰਸਤੇ ਵਿੱਚ ਇਹੋ ਕਹਿੰਦਾ ਆਇਆ ਅਤੇ WhatsApp ਤੇ DIG ਨਾਲ ਗੱਲ ਵੀ ਕਰਵਾਈ। ਉਹਨਾਂ ਨੇ ਕਿਹਾ ਕਿ ਕਾਇਮ ਹੋ ਕੇ ਬਿਆਨ ਦੇ ਕੇ ਤੇਰੀ ਸਜ਼ਾ ਮੈਂ ਘੱਟ ਕਰਵਾ ਦਿਆਂਗਾ। ਜਦੋਂ ਮੋਗਾ ਕੋਰਟ ਪਹੁੰਚੇ, ਉੱਥੇ ਛੁੱਟੀ ਹੋਣ ਕਾਰਨ ਬਗੈਰ ਪੁਲਿਸ ਤੋਂ ਕੋਈ ਹੋਰ ਬੰਦਾ ਨਹੀਂ ਸੀ। ਜਦੋਂ ਪਹੁੰਚੇ ਤਾਂ ਗੱਡੀਆਂ ਰੁਕੀਆਂ। ਮੈਨੂੰ ਗੱਡੀ ਵਿੱਚ ਹੀ ਬੈਠਣ ਲਈ ਕਿਹਾ ਗਿਆ। ਥੋੜੀ ਦੇਰ ਬਾਅਦ ਮੋਗਾ ਦੇ SSP ਅਤੇ SPD ਆ ਗਏ। ਜਿਸ ਗੱਡੀ ਵਿੱਚ ਮੈਂ ਬੈਠਾ ਸੀ, SP ਨੇ ਉਸ ਵਿੱਚੋਂ ਬਾਕੀ ਸਾਰੇ ਮੁਲਾਜ਼ਮਾਂ ਨੂੰ ਉਤਾਰ ਦਿੱਤਾ ਅਤੇ ਮੇਰੇ ਨਾਲ ਆ ਕੇ ਬੈਠ ਗਏ। ਉਹ ਕਹਿਣ ਲੱਗੇ ਕਿ ਹੁਣ ਤੂੰ ਸੋਚ ਲੈ, ਤੇਰੇ ਕੋਲ ਪੁਲਿਸ ਤੋਂ ਬਗੈਰ ਕੋਈ ਬਚਾਅ ਨਹੀਂ ਹੈ। ਤੇਰਾ ਪਰਿਵਾਰ ਸਾਡੇ ਕਬਜ਼ੇ ਵਿੱਚ ਹੈ। ਤੇਰੇ ਘਰ ਦੇ ਬਾਹਰ ਸਿਕਿਉਰਿਟੀ ਲੱਗੀ ਹੋਈ ਹੈ। ਜੇ ਤੂੰ ਕੋਈ ਗਲਤੀ ਕੀਤੀ ਤਾਂ ਤੇਰੇ ਪਰਿਵਾਰ ਨੂੰ ਕੱਟੜਪੰਥੀਆਂ ਤੋਂ ਮਰਵਾ ਦੇਵਾਂਗੇ। ਜੇ ਤੂੰ ਕਬੂਲਨਾਮਾ ਸਹੀ ਕਰ ਲਿਆ ਤਾਂ ਤੇਰੇ ਪਰਿਵਾਰ ਦੀ ਵੀ ਰੱਖਿਆ ਕਰਾਂਗੇ ਤੇ ਤੇਰੀ ਸਜ਼ਾ ਵੀ ਘੱਟ ਕਰਵਾ ਦੇਵਾਂਗੇ। ਫਿਰ ਮੈਨੂੰ ਕੋਰਟ ਅੰਦਰ ਲਿਜਾਇਆ ਗਿਆ। ਇੱਕੋ ਹੀ ਕੋਰਟ ਖੁੱਲੀ ਸੀ। ਜਿਸ ਕਮਰੇ ਅੰਦਰ ਕੋਰਟ ਸੀ, ਉਸ ਦੇ ਬਾਹਰ ਦਲਬੀਰ ਸਿੰਘ ਇੰਸਪੈਕਟਰ ਇੱਕ ਲੈਪਟਾਪ ਲੈ ਕੇ ਬੈਠੇ ਸਨ। ਮੇਰੀ ਹੱਥਕੜੀ ਖੋਲ ਦਿੱਤੀ ਤੇ ਦਲਬੀਰ ਸਿੰਘ ਕੋਲ ਬਿਠਾ ਦਿੱਤਾ। ਸਾਹਮਣੇ ਹਥਿਆਰਬੰਦ ਪੁਲਿਸ ਮੁਲਾਜ਼ਮ ਖੜੇ ਸਨ। ਦਲਬੀਰ ਸਿੰਘ ਨੇ ਆਪਣਾ ਲੈਪਟਾਪ ਚਾਲੂ ਕੀਤਾ ਤੇ ਮੇਰੇ ਹੱਥ ਲਿਖਤ ਕਬੂਲਨਾਮਾ ਜੋ ਉਸਨੇ ਮੋਗੇ CIA ਸਟਾਫ ਵਿੱਚ ਲਿਖਾਇਆ ਸੀ ਤੇ ਲੈਪਟਾਪ ਵਿੱਚ ਫੀਡ ਕੀਤਾ ਹੋਇਆ ਸੀ, ਉਹ ਮੈਨੂੰ ਪੜਾਇਆ। ਉਹ ਕਹਿੰਦਾ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈ, ਇਸੇ ਤਰ੍ਹਾਂ ਹੀ ਜੱਜ ਸਾਹਿਬ ਕੋਲ ਬਿਆਨ ਲਿਖਵਾ ਦੇ। ਦਲਬੀਰ ਸਿੰਘ ਨੇ ਮੈਨੂੰ ਕਿਹਾ ਕਿ ਸਾਹਮਣੇ ਦੇਖ, ਸਾਹਮਣੇ ਹਥਿਆਰਬੰਦ ਮੁਲਾਜ਼ਮ ਖੜੇ ਸਨ। ਉਹ ਕਹਿੰਦਾ ਅੱਜ ਜੇ ਕੋਈ ਗਲਤੀ ਕੀਤੀ ਤਾਂ ਤੈਨੂੰ ਰਸਤੇ ਵਿੱਚ ਸ਼ੂਟ ਕਰ ਦਿੱਤਾ ਜਾਏਗਾ, ਯਾਨੀ ਜਾਨੋਂ ਮਾਰ ਦਿੱਤਾ ਜਾਏਗਾ ਅਤੇ ਭਗੌੜਾ ਕਰਾਰ ਦੇ ਦੇਵਾਂਗੇ ਤੇ ਤੂੰ ਜੇਲ੍ਹ ਨਹੀਂ ਪਹੁੰਚੇਗਾ। ਮੈਨੂੰ ਕਾਫੀ ਡਰਾਉਣ ਤੋਂ ਬਾਅਦ ਹਰਪ੍ਰੀਤ ਅੰਦਰ ਲੈ ਗਿਆ ਤੇ ਅਸੀਂ ਕੁਰਸੀਆਂ ਤੇ ਬੈਠ ਗਏ। ਥੋੜੀ ਦੇਰ ਬਾਅਦ ਜੱਜ ਸਾਹਿਬ ਨੇ ਮੈਨੂੰ ਅੰਦਰ ਬੁਲਾ ਲਿਆ ਅਤੇ ਮੇਰਾ ਬਿਆਨ ਲਿਖ ਲਿਆ। ਬਿਆਨ ਅਜੇ ਪੂਰਾ ਨਹੀਂ ਹੋਇਆ ਸੀ ਕਿ ਮੈਂ ਜੱਜ ਸਾਹਿਬ ਨੂੰ ਆਪਣੇ ਜ਼ਖਮ ਦਿਖਾਏ ਕਿ ਮੈਨੂੰ ਪੁਲਿਸ ਨੇ ਬਹੁਤ ਕੁੱਟਿਆ। ਅਜੇ ਮੈਨੂੰ ਜ਼ਖਮੀ ਦਿਖਾ ਰਿਹਾ ਸੀ ਕਿ ਐਨੇ ਨੂੰ SPD ਮੋਗਾ ਅੰਦਰ ਆ ਕੇ ਮੇਰੇ ਬਰਾਬਰ ਬੈਠ ਗਏ ਅਤੇ ਮੈਨੂੰ ਬਾਹਰ ਕੱਢ ਦਿੱਤਾ ਤੇ ਬਾਹਰ ਮੈਨੂੰ ਗੱਡੀ ਵਿੱਚ ਬਿਠਾ ਲਿਆ। SSP ਮੇਰੇ ਕੋਲ ਆ ਕੇ ਬੈਠ ਗਏ। ਉਹ ਮੇਰੇ ਸਾਹਮਣੇ ਕਹਿ ਰਹੇ ਸੀ ਕਿ ਜਿਹੜਾ ਇਸਨੇ ਬਿਆਨ ਦਿੱਤਾ ਹੈ ਉਸ ਦੀ ਇੱਕ ਕਾਪੀ ਮੈਨੂੰ ਜ਼ਰੂਰੀ ਲਿਆ ਕੇ ਦਿਓ। ਇਸ ਤੋਂ ਬਾਅਦ ਮੈਨੂੰ ਦਲਬੀਰ ਸਿੰਘ ਤੇ ਹਰਪ੍ਰੀਤ ਨੇ ਕਿਹਾ ਕਿ ਜੇ CBI ਕੋਲ ਤੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਤਾਂ ਫਿਰ ਆਪਣਾ ਹਿਸਾਬ ਲਾ ਲਵੀਂ। ਇਸ ਤੋਂ ਬਾਅਦ ਮੈਨੂੰ ਜੇਲ੍ਹ ਛੱਡ ਦਿੱਤਾ ਤੇ 9 ਸਾਥੀਆਂ ਨਾਲ ਮਿਲਾ ਦਿੱਤਾ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।